ਗੀਤਾਂ ਬੜਿਆਂ 'ਚ ਸੁਣ ਲਈ ਨੂਰ ਮਹਿਲ ਦੀ ਮੋਰੀ। ਨਾ ਕਿਸੇ ਨੇ ਇਹਦਾ ਇਤਿਹਾਸ ਦੱਸਿਆ ਤੇ ਨਾ ਇਹ ਕਾਰਨ ਦੱਸਿਆ ਕਿ ਕਿਉਂ ਵੱਜਦੀ ਆ ਇਹ ਨੂਰ ਮਹਿਲ ਦੀ ਮੋਰੀ। ਇਹਦਾ ਤੱਥਾਂ ਸਬੂਤਾਂ ਦੇ ਨਾਲ ਦੱਸਦੇ ਹਾਂ ਤੁਹਾਨੂੰ ਇਤਿਹਾਸ, ਤੇ ਬਹੁਤ ਬਰੀਕੀ ਨਾਲ ਤੁਹਾਨੂੰ ਦਿਖਾਉਣੀ ਆ ਇਹ ਇਮਾਰਤ। ਲਾਸਟ ਤੱਕ ਬਣੇ ਰਹੋ ਹਰਭੇਜ ਸਿੱਧੂ ਦੇ ਨਾਲ। ਆਜੋ ਕਰਦੇ ਹਾਂ ਸੈਰ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਬਹੁਤ ਤਕੜੀ ਚੀਜ਼ ਵਿਖਾਉਣੀ ਆ। ਅਕਸਰ ਤੁਸੀਂ ਸੁਣਿਆ ਹੋਊਗਾ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਤੇ ਅੱਜ ਨੂਰ ਮਹਿਲ ਦੀ ਮੋਰੀ ਦੇ ਵਿੱਚ ਆਏ ਆ। ਕਿਸੇ ਸਮੇਂ ਤੇ ਇੱਕ ਤਾਰੇ ਵੱਜਦੇ ਸੀ, ਮਤਲਬ ਕਿ ਨੂਰ ਜਹਾਂ ਦੀਆਂ ਰੌਣਕਾਂ ਲਾਈਆਂ ਹੁੰਦੀਆਂ ਸੀ। ਇੱਥੇ ਲਾਲ ਪੱਥਰ ਦੀ ਬਣੀ ਹੋਈ ਇਮਾਰਤ ਤੁਹਾਨੂੰ ਦਿਸ ਰਹੀ ਹੋਊਗੀ, ਬੜੀ ਖੂਬਸੂਰਤ ਆ। ਕਹਿ ਸਕਦੇ ਆ ਕਿ 16ਵੀਂ ਸਦੀ ਦੀ ਸਭ ਤੋਂ ਖੂਬਸੂਰਤ ਇਮਾਰਤਾਂ ਦੇ ਵਿੱਚੋਂ ਇੱਕ ਇਮਾਰਤ ਆ ਜਾਂਦੀ ਆ, ਜਿਹੜੀ ਲਾਲ ਪੱਥਰ ਦੇ ਨਾਲ ਬਣੀ ਆ ਤੇ ਮੀਨਾਕਾਰੀ ਦਾ ਵੀ ਖਾਸ ਨਮੂਨਾ ਤੁਹਾਨੂੰ ਮੈਂ ਦਿਖਾ ਦਿਆਂ। ਬਹੁਤ ਸਾਰੇ ਉਤੇ ਹਾਥੀ ਘੋੜੇ ਬਣੇ ਹੋਏ ਆ, ਸ਼ੇਰ ਤੇ ਹਾਥੀ ਭਿੜਦੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਤਾਂ ਦੇ ਵਿੱਚ। ਤੇ ਕੋਈ ਕਿੰਨੀ ਬਰੀਕੀ ਦੇ ਨਾਲ ਡਿਜ਼ਾਈਨ ਪਾਏ ਆ। ਕਿਹਾ ਜਾਂਦਾ ਵੀ ਇਹਨਾਂ ਮਹਿਰਾਬਾਂ ਤੇ ਖੜ ਕੇ, ਮਤਲਬ ਜਦੋਂ ਕੋਈ ਰਾਜਾ ਆਉਂਦਾ ਸੀ ਤਾਂ ਉਹਨਾਂ ਦੇ ਉੱਤੇ ਫੁੱਲ ਸੁੱਟੇ ਜਾਂਦੇ ਸੀ ਇਹਨਾਂ ਉੱਤੇ ਖੜ ਕੇ। ਮਤਲਬ ਬਾਦਸ਼ਾਹਤ ਦੀ ਚੜ੍ਹਤ ਸੀ, ਬਾਦਸ਼ਾਹ ਦੀ ਚੜ੍ਹਤੀ ਇੰਨੀ ਹੁੰਦੀ ਸੀ ਕੋਈ ਉੱਤੇ ਫੁੱਲ ਬਰਸਾਏ ਜਾਂਦੇ ਹੁੰਦੇ ਸੀ। ਤੇ ਨੂਰ ਜਹਾਂ ਵੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਹੁੰਦੀ ਸੀ। ਤੁਹਾਨੂੰ ਮੈਂ ਦਿਖਾ ਦੇ ਵੀ ਮੀਨਾਕਾਰੀ ਦਾ ਕਮਾਲ ਹੀ ਆ। ਰੰਗ ਢੰਗ ਆ ਦੇਖੋ ਵੀ ਸਾਰਾ ਲਾਲ ਪੱਥਰ ਲੱਗਿਆ ਹੋਇਆ, ਜਾਲੀਦਾਰ ਨਮੂਨੇ ਪਾਏ ਹੋਏ ਆ। ਆਹ ਦੇਖੋ ਹਾਥੀ ਉੱਥੀ ਬਣੇ ਹੋਏ ਆ, ਸਾਰੇ ਲਾਲ। ਤਕਰੀਬਨ ਕਿਹਾ ਜਾਂਦਾ ਵੀ 1618 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਈ ਸੀ। ਹੋ ਸਕਦਾ ਥੋੜਾ ਬਹੁਤਾ ਸਮਾਂ ਇੱਧਰ ਉੱਧਰ ਹੋਵੇ, ਕਿਉਂਕਿ ਅੱਡ ਅੱਡ ਵਿਦਵਾਨਾਂ ਦੇ ਅੱਡ ਅੱਡ ਖਿਆਲ ਹੁੰਦੇ ਨੇ ਇਤਿਹਾਸ ਦੇ ਵਿੱਚ। ਜੋ ਸਾਨੂੰ ਸਰੋਤ ਮਿਲਦੀ ਉਹ ਆਪਾਂ ਤੁਹਾਨੂੰ ਦੱਸ ਰਹੇ ਹਾਂ ਗੱਲ। ਤੇ ਬੜੇ ਸੋਹਣੇ ਬਣਾਏ ਹੋਏ ਆ। ਉਹ ਦੇਖੋ ਦੋ ਬਣੇ ਹੋਏ ਲਾਟੂ ਜੇ, ਮਤਲਬ ਫੁੱਲ ਦੇ ਵਿੱਚ ਜਿਵੇਂ ਕਿ ਚਿਣੇ ਪਏ ਆ। ਤੇ ਉੱਤੇ ਕੋਈ ਫਾਰਸੀ ਜ਼ੁਬਾਨ ਦੇ ਵਿੱਚ ਕੁਛ ਮਤਲਬ ਲਿਖਿਆ ਵੀ ਹੋਇਆ ਵਾ। ਹੋ ਸਕਦਾ ਇਸ ਇਮਾਰਤ ਬਣਾਉਣ ਬਾਰੇ ਜ਼ਿਕਰ ਕੀਤਾ ਗਿਆ ਹੋਵੇ। ਤੇ ਬੜੇ ਸੋਹਣੇ ਮਹਿਰਾਬ ਆ। ਤੇ ਅੱਜ ਆਪਾਂ ਸਾਰੀ ਸਰਾਂ ਅੰਦਰੋਂ ਜਾ ਕੇ ਵੇਖਦੇ ਆ। ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਇਹ ਉਹੀ ਸਰਾਂ ਵਾ ਨੂਰ ਮਹਿਲ ਵਾਲੀ। ਆਓ ਚੱਲ ਗਏ ਦਰਸ਼ਕੋ। ਗੱਲ ਇਉਂ ਆ ਵੀ ਇਹ ਨੂਰ ਮਹਿਲ ਦੇ ਵਿੱਚ ਨਾ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਇਹਨਾਂ ਨੇ ਵੀ ਹਮਲੇ ਕੀਤੇ ਸੀਗੇ। ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ, ਨਾਦਰ ਸ਼ਾਹ ਕੌਣ ਸੀ ਮੈਂ ਦੱਸਦੇ ਹਾਂ, ਈਰਾਨ ਦਾ ਬਾਦਸ਼ਾਹ ਸੀਗਾ। ਪਹਿਲਾਂ ਤਾਂ ਕਹਿ ਲਓ ਕਿ ਛੋਟਾ ਮੋਟਾ ਗੁੰਡਾ ਬਦਮਾਸ਼ ਟਾਈਪ ਦਾ ਬੰਦਾ ਹੀ ਸੀ, ਪਰ ਹੌਲੀ ਹੌਲੀ ਕਰਕੇ ਰਾਜ ਭਾਗ ਪ੍ਰਾਪਤ ਕਰ ਗਿਆ ਸੀਗਾ। ਇਹਨੇ ਬਹਾਦਰ ਸ਼ਾਹ ਰੰਗੀਲਾ ਨੂੰ ਕਰਨਾਲ ਦੇ ਥਾਂ ਤੇ ਹਰਾ ਕੇ ਉਸ ਤੋਂ ਬਾਅਦ ਇਹਨਾਂ ਏਰੀਆ ਤੇ ਕਬਜ਼ਾ ਕੀਤਾ ਸੀ। ਦਿੱਲੀ ਤੇ ਵੀ ਕਬਜ਼ਾ ਕਰ ਗਿਆ ਸੀ। 1739 ਦੀ ਗੱਲ ਆ। ਤੇ ਇਹਨੇ ਨੂਰ ਮਹਿਲ ਦੇ ਵਿੱਚ ਵੀ ਕਿਹਾ ਜਾਂਦਾ ਵੀ 3 ਲੱਖ ਦੇ ਨੇੜੇ ਮਾਲ ਅਸ਼ਬਾਬ ਲੁੱਟ ਲਿਆ ਸੀ ਤੇ ਸ਼ਹਿਰ ਨੂੰ ਅੱਗ ਵੀ ਲਾਤੀ ਸੀ। ਹੋ ਸਕਦਾ ਜਿਹੜੀ ਭੰਨ ਤੋੜ ਆ ਉਹਨਾਂ ਵੇਲੇ ਹੋਵੇ। ਤੇ ਇਹ ਉਹਨਾਂ ਵੇਲਿਆਂ ਦਾ ਨੂਰ ਮਹਿਲ ਇੱਕ ਬਹੁਤ ਮਸ਼ਹੂਰ। ਤੇ ਉਸ ਤੋਂ ਬਾਅਦ ਜਦੋਂ ਲੁੱਟ ਖਸੁੱਟ ਹੋ ਗਈ ਸੀ, ਉਸ ਤੋਂ ਬਾਅਦ ਇਹਦਾ ਆਰਥਿਕ ਤੌਰ ਤੇ ਬਹੁਤ ਡਾਮਾਡੋਲ ਹੋ ਗਿਆ ਸੀਗਾ ਨੂਰ ਮਹਿਲ। ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ। ਤਕਰੀਬਨ ਜਿਹੜਾ ਇਹਦਾ ਭਤੀਜਾ ਸੀਗਾ ਅਲੀ ਕੁਲੀ ਖਾਂ, ਉਹਨੇ ਫਿਰ ਜਦੋਂ ਜਾਂਦਾ ਹੋਇਆ, ਜਦੋਂ ਅਹਿਮਦ ਸ਼ਾਹ ਨਾਦਰ ਸ਼ਾਹ ਵਾਪਸੀ ਤੇ ਚੱਲਿਆ ਸੀਗਾ, ਉਹਨੇ ਫਿਰ ਇਹਦੀ ਧੌਣ ਤੇ ਇਹਦੇ ਧੜ ਨਾਲ ਲੱਗ ਕਰਕੇ ਮਾਰਤਾ ਸੀ। ਮਤਲਬ ਇਹਨੂੰ ਵੀ ਰਾਹ 'ਚ ਹੀ ਜਾਂਦੇ ਨੂੰ ਮਾਰਤਾ ਸੀ। ਤੇ ਨਾਦਰ ਸ਼ਾਹ ਨੇ ਕਿਹਾ ਜਾਂਦਾ ਵੀ ਬਹੁਤ ਹੀਰੇ ਜਵਾਹਰਾਤ ਲੁੱਟੇ ਇੱਥੋਂ ਭਾਰਤ ਦੇ ਵਿੱਚੋਂ। ਇੱਕ ਕਿਸਮ ਨੂੰ ਦੱਸਿਆ ਜਾਂਦਾ ਵੀ ਤਖਤ ਤਾਊਸ ਆ, ਜਿਹੜਾ ਦਿੱਲੀ ਦੇ ਵਿੱਚ ਕਹਿ ਲਓ ਕਿ ਸ਼ਾਹਜਹਾਂ ਨੇ ਬਣਾਇਆ ਸੀਗਾ। ਤਕਰੀਬਨ ਦੋਨਾਂ ਪਾਸਿਆਂ ਤੇ ਉਹਦੇ ਮੋਰ ਲੱਗੇ ਹੁੰਦੇ ਸੀ ਕਿ ਕਰੋੜਾਂ ਅਰਬਾਂ ਖਰਬਾਂ ਕੀਮਤ ਸੀ ਉਹਦੀ। ਤੇ ਬਹੁਤ ਲੰਮੇ ਅਰਸੇ 'ਚ ਤਿਆਰ ਹੋਇਆ ਸੀਗਾ। ਤੇ ਉਹ ਵੀ ਲੁੱਟ ਕੇ ਇਹ ਆਪਦੇ ਈਰਾਨ ਦੇ ਵਿੱਚ ਲੈ ਗਿਆ ਸੀਗਾ। ਉਹਨੂੰ ਤਖਤ ਤਾਊਸ ਕਹਿੰਦੇ ਆ। ਤੇ ਇਸੇ ਧਰਤੀ ਦੇ ਉੱਤੇ ਕਿਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਹਮਲਾ ਕੀਤਾ। ਤੇ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਬਾਦਸ਼ਾਹ ਸੀ। ਇਹਦਾ ਜਨਮ 1722 ਦੇ ਵਿੱਚ ਹੋਇਆ ਸੀ। ਤੇ ਇੱਕ ਮੈਂ ਗੱਲ ਹੋਰ ਦੱਸ ਦਿਆਂ ਵੀ ਜਿਹੜਾ ਨਾਦਰ ਸ਼ਾਹ ਸੀ ਨਾ, ਇਹਨੇ ਹਮਲਾ ਕੀਤਾ ਸੀਗਾ ਅਫਗਾਨਿਸਤਾਨ ਤੇ। ਉਹਨੇ ਬਹੁਤ ਸਾਰੇ ਅਫਗਾਨੀਆਂ ਬੰਦਿਆਂ ਨੂੰ, ਅਬਦਾਲੀਆਂ ਨੂੰ ਕੈਦ 'ਚ ਕਰ ਲਿਆ। ਉਹਨਾਂ 'ਚ ਕੈਦ ਕੀਤੇ ਹੋਏ ਬੰਦਿਆਂ ਦੇ ਵਿੱਚ ਹੀ ਸੀਗਾ ਅਹਿਮਦ ਸ਼ਾਹ ਅਬਦਾਲੀ। ਇਹ ਫਿਰ ਜਦੋਂ ਕਹਿ ਲਓ ਕਿ ਭਾਰਤ ਦੇ ਵਿੱਚ ਆਇਆ ਤੇ ਉਦੋਂ ਫਿਰ ਇਹ ਸੈਨਾਪਤੀ ਬਣ ਕੇ ਆਇਆ ਸੀ। ਹੌਲੀ ਹੌਲੀ ਤਰੱਕੀ ਕਰਦਾ ਗਿਆ ਅਹਿਮਦ ਸ਼ਾਹ ਅਬਦਾਲੀ। ਇਹ ਨਾਦਰ ਸ਼ਾਹ ਦਾ ਸੈਨਾਪਤੀ ਬਣ ਗਿਆ ਸੀਗਾ। ਤੇ ਲਾਲੋ ਸਾਹਿਬ ਵੀ ਆਖਰ ਦੇ ਵਿੱਚ ਆ ਕੇ ਇਹ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ ਸੀ। ਤਕਰੀਬਨ ਮੈਂ ਇੱਕ ਨਾ ਗੱਲ ਦੇਖਦਾ ਹੁੰਦਾ ਵਾਂ, ਮਤਲਬ ਅਫਗਾਨੀਆਂ ਦੇ ਵਿੱਚ ਜਾਂ ਪਠਾਣਾਂ ਦੇ ਵਿੱਚ ਵੀ ਇਹ 'ਚ ਕਈ ਭਾਵੇਂ ਕੋਈ ਗੁਲਾਮ ਵੀ ਹੋਵੇ, ਉਹਦੀ ਕਾਬਲੀਅਤ ਦੇ ਆਸਰੇ ਉਹਨੂੰ ਬਾਦਸ਼ਾਹ ਵੀ ਬਣਾ ਦਿੰਦੇ ਸੀ। ਉਸ ਤੋਂ ਪਹਿਲਾਂ ਆਪਾਂ ਬਲਬਨ ਦੀ ਗੱਲ ਕਰੀਏ, ਬਲਬਨ ਵੀ ਬਾਦਸ਼ਾਹ ਬਣਿਆ ਸੀਗਾ। ਬਾਅਦ ਦੇ ਵਿੱਚ ਮਤਲਬ ਪਹਿਲਾਂ ਦੀ ਗੱਲ ਕਰੀਏ, ਬਹੁਤ ਸਾਰੇ ਗੁਲਾਮ ਵੰਸ਼ ਦੇ ਵਿੱਚ ਬਾਦਸ਼ਾਹ ਬਣੇ ਸੀਗੇ। ਮਤਲਬ ਇਸ ਕਿਸਮ ਦੀ ਵੀ ਇਹਨਾਂ ਦੇ ਵਿੱਚ ਖੂਬੀ ਹੁੰਦੀ ਸੀਗੀ। ਮਤਲਬ ਉਹਦੀ ਕਾਬਲੀਅਤ ਦੇਖ ਕੇ ਹੀ ਉਹਨੂੰ ਅਹੁਦਾ ਦਿੰਦੇ ਸੀ। ਤੇ ਇਹ ਵੀ ਪੂਰੀ ਜਿਹੜੇ ਗੁਲਾਮ ਹੁੰਦੇ ਸੀ ਇਹ ਵੀ ਆਪਦੇ ਰਾਜਿਆਂ ਨਾਲ ਪੂਰੀ ਵਫਾਦਾਰੀ ਕਰਦੇ ਹੁੰਦੇ ਸੀਗੇ। ਤੇ ਆਹ ਨੂਰ ਮਹਿਲ ਦੀ ਸਰਾਂ ਇਹ ਤੇ ਆਹ ਉਜਾੜ ਹੋ ਚੁੱਕੇ। ਇੱਥੇ ਵੀ ਕਮਰੇ ਬਹੁਤ ਸਾਰੇ ਹੋਣਗੇ। ਤੇ ਮੈਂ ਤੁਹਾਨੂੰ ਇੱਧਰ ਦੀ ਨੇੜੇ ਦਿਖਾ ਦਿਆਂ, ਆਜੋ ਮੇਰੇ ਨਾਲ। ਤੇ ਇੱਥੇ ਵੀ ਕਮਰੇ ਹੋਣਗੇ। ਇੱਥੇ ਟੁੱਟ ਚੁੱਕੇ ਆ, ਹੁਣ ਸਿਰਫ ਨਿਆਵਾਂ ਦੇ ਨਿਸ਼ਾਨ ਬਾਕੀ ਨੇ। ਇੱਥੇ ਆ ਦੇਖੋ, ਇੱਥੇ ਆ ਦੇ ਨਿਸ਼ਾਨ ਬਾਕੀ। ਤਕਰੀਬਨ 1.5 ਫੁੱਟ ਚੌੜੀਆਂ ਕੰਧਾਂ ਇੱਥੇ।
ਤਕਰੀਬਨ 1.5 ਫੁੱਟ ਦੇ ਕਰੀਬ ਆ ਇਹ। ਇੰਨੀਆਂ ਚੌੜੀਆਂ ਕੰਧਾਂ ਸੀ, ਇੱਥੇ ਕਮਰੇ ਹੁੰਦੇ ਸੀਗੇ, ਇੱਥੇ ਹੀ ਨੂਰ ਜਹਾਂ ਹੋਣੀ ਮਹਿਫਲਾਂ ਲਾਉਂਦੀਆਂ ਸੀ। ਇਸੇ ਕਰਕੇ ਇਹਨੂੰ ਨੂਰ ਮਹਿਲ ਦੀ ਮੋਰੀ ਕਿਹਾ ਜਾਂਦਾ ਵਾ, ਕਿਉਂਕਿ ਇੱਥੇ ਕਿਹਾ ਜਾਂਦਾ ਵੀ ਇੱਕ ਤਾਰਾ ਵੱਜਦਾ ਵੇ। ਇੱਕ ਤਾਰਾ ਕਿਉਂਕਿ ਇੱਥੇ ਸਜਿੰਦੇ ਹੁੰਦੇ ਸੀ, ਉਦੋਂ ਇੱਕ ਤਾਰੇ ਹੀ ਹੁੰਦੇ ਸੀਗੇ ਸਜਿੰਦੇ। ਇੱਥੇ ਮਹਿਫਲਾਂ ਲੱਗਦੀਆਂ ਸੀਗੀਆਂ ਤੇ ਇੱਥੇ ਬੜਾ ਕੁਝ ਵੇਖਣ ਯੋਗ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਇਹ ਨੂਰ ਮਹਿਲ ਦੀ ਸਾਰਾ ਕਹਿ ਸਕਦੇ ਹਾਂ ਕਿ ਅੱਜ ਆਪਾਂ ਦੁਆਬੇ ਦੇ ਵਿੱਚ ਆਏ ਹੋਏ ਹਾਂ। ਦਰਸ਼ਕੋ ਆਜੋ ਹੁਣ ਨਾ ਤੁਹਾਨੂੰ ਪਾਕ ਪਵਿੱਤਰ ਮਸਜਿਦ ਵੱਲ ਲੈ ਕੇ ਜਾਂਦੇ ਹਾਂ। ਬੜੀ ਖੂਬਸੂਰਤ ਮਸਜਿਦ ਆ ਤੇ ਕਮਾਲ ਹੀ ਆ। ਬਾਕੀ ਯਾਰ ਜਦੋਂ ਮਸਜਿਦ ਹੋਵੇ, ਗੁਰਦੁਆਰਾ ਹੋਵੇ ਜਾਂ ਮੰਦਿਰ ਹੋਵੇ ਜਾਂ ਕੋਈ ਹੋਰ ਧਾਰਮਿਕ ਰੂਹ ਵਾਲੀ ਗੱਲ ਹੋਵੇ ਜਿੱਥੇ, ਉਹ ਹਮੇਸ਼ਾ ਖੂਬਸੂਰਤੀ ਹੁੰਦੀ ਆ, ਭਾਵੇਂ ਉਹ ਕਿਸੇ ਵੀ ਹਾਲਤ ਵਿੱਚ ਕਿਉਂ ਨਾ ਹੋਵੇ। ਤੁਹਾਨੂੰ ਵਿਸ਼ਾਲ ਮਸਜਿਦ ਦੇ ਦਰਸ਼ਨ ਕਰਾ ਦਿਆਂ। ਇਹ ਮਸਜਿਦ ਆ, ਇਹ ਖਾਸ ਮਸਜਿਦ ਸੀ ਕਿਉਂਕਿ ਇੱਥੇ ਨੂਰ ਜਹਾਂ ਜਹਾਂਗੀਰ ਹੋਣੀ ਹੈ ਬਹਿ ਕੇ ਉਹਨਾਂ ਦੇ ਧਰਮ ਚੋਂ ਨਿਯਮ ਨੇ ਜੋ ਉਹਨਾਂ ਨੂੰ ਫੋਲੋ ਕਰਿਆ ਕਰਦੇ ਸੀ। ਇਹਦੇ ਚਾਰੇ ਪਾਸੇ ਬਹੁਤ ਸਾਰੀਆਂ ਕੋਠੜੀਆਂ ਨੇ ਤੇ ਬਹੁਤ ਸਾਰੇ ਕਮਰੇ ਬਣੇ ਹੋਏ ਆ। ਹੋ ਸਕਦੇ ਨੇ ਜੋ ਟੁੱਟ ਫੁੱਟ ਦੇ ਕੁਝ ਨਿਸ਼ਾਨ ਨੇ ਇੱਥੇ, ਵੀ ਕੁਝ ਹੋਰ ਵੀ ਲੰਮੇ ਚੌੜੀਆਂ ਚੀਜ਼ਾਂ ਕੰਧਾਂ ਹੋ ਸਕਦੀਆਂ ਸੀ। ਮਤਲਬ ਤਕਰੀਬਨ 2.5-3 ਫੁੱਟ ਚੌੜੀ ਕੰਧ ਇੱਥੇ ਹੋਊਗੀ। ਆ ਵੀ ਉਸ ਸਮੇਂ ਦੀ ਗੁਲਾਈ ਆ। ਤੇ ਇੱਥੇ ਆ ਖੂਹ ਵੀ ਬਣਿਆ ਹੋਇਆ ਵਾ ਇੱਥੇ। ਆਜੋ ਤੁਹਾਨੂੰ ਮੈਂ ਦਿਖਾਵਾਂ। ਇਹ ਮਸਜਿਦ ਹੋਵੇ, ਕੋਈ ਵੀ ਕਿਲਾ ਹੋਵੇ, ਯਾਰ ਤੋਂ ਬਿਨਾਂ ਕੰਮ ਅਧੂਰਾ ਸੀ। ਜਿਵੇਂ ਘਰ ਪਾਉਣ ਤੋਂ ਪਹਿਲਾਂ ਆਪਾਂ ਬੋਰ ਕਰਾਉਂਦੇ ਆ, ਸਭ ਤੋਂ ਪਹਿਲਾਂ ਖੂਹ ਹੀ ਲਾਏ ਜਾਂਦੇ ਸੀ। ਆਹ ਦੇਖੋ, ਆਹ ਵੀ ਖੂਹ ਆ ਪੁਰਾਣਾ ਨੂਰ ਮਹਿਲ ਦਾ ਬਣਾਇਆ ਹੋਇਆ, ਮਤਲਬ ਉਹਨਾਂ ਵੇਲਿਆਂ ਦੇ ਵਿੱਚ ਹੀ। ਇਹ ਜਿਹੜਾ ਸੀਗਾ ਨਾ ਸਰਾਂ ਨੂਰ ਮਹਿਲ, ਇਹ ਨੂਰ ਮਹਿਲ ਦੇ ਕਹਿਣ ਤੇ ਬਣਾਈ ਸੀਗੀ। ਇਹ ਕਿਤੇ ਊਂ ਨਹੀਂ ਬਣਾਤੀ, ਖੂਬਸੂਰਤ ਸੀ ਉਹਨਾਂ ਵੇਲਿਆਂ ਦੇ ਵਿੱਚ। ਠੀਕ ਹੈ ਕਿ ਬਾਅਦ ਵਾਲੇ ਬਾਦਸ਼ਾਹਾਂ ਨੇ ਜੋ ਹੈ ਨਾਦਰ ਆਇਆ, ਅਬਦਾਲੀ ਆਇਆ, ਉਹਨਾਂ ਨੇ ਢਾਹ ਢੇਰੀ ਕੀਤੀ। ਆਹ ਸੀ ਪਾਕ ਪਵਿੱਤਰ ਮਸਜਿਦ। ਆਪਾਂ ਅੰਦਰ ਨਹੀਂ ਜਾਵਾਂਗੇ ਕਿਉਂਕਿ ਰੂਮ ਵੀ ਲੌਕ ਆ, ਇਸ ਕਰਕੇ ਆਪਾਂ ਸਿਰ ਵੀ ਨਹੀਂ ਢੱਕਿਆ ਕਿਉਂਕਿ ਇਸ ਵਕਤ ਆਪਾਂ ਬਾਹਰਲੇ ਪਾਸੇ ਹੀ ਕਰਕੇ, ਜੇ ਆਪਾਂ ਅੰਦਰ ਜਾਂਦੇ ਫਿਰ ਯਕੀਨਨ ਸਿਰ ਢੱਕ ਕੇ ਆਪਾਂ ਜਾਣਾ ਸੀ। ਦੇਖੋ ਅੰਦਰ ਲੌਕ ਕਰਕੇ ਆਪਾਂ ਜਾ ਨਹੀਂ ਰਹੇ। ਇਹ ਵੀ ਉਸ ਸਮੇਂ ਦੀ ਬਣਾਈ ਹੋਈ ਮਸਜਿਦ ਆ ਪਾਕ ਪਵਿੱਤਰ। ਇਹ ਜਹਾਂਗੀਰ ਬਾਦਸ਼ਾਹ ਨੇ ਬਣਵਾਈ ਸੀ। ਉਸ ਸਮੇਂ ਦਾ ਦੁਆਬੇ ਜ਼ਕਰੀਆ ਖਾਂ ਹੁੰਦਾ ਸੀਗਾ ਇਸ ਏਰੀਏ ਦਾ, ਮਤਲਬ ਉਸ ਸਮੇਂ ਫੌਜਦਾਰ। ਉਹਨੇ ਉਹਦੀ ਦੇਖ ਰੇਖ ਅਧੀਨ ਬਣਵਾਈ ਸੀਗੀ ਸਾਰੀ ਗੱਲ। ਮਤਲਬ ਇੱਧਰਲੇ ਪਾਸੇ ਵੀ ਇਹ ਮਸਜਿਦ ਬਣੀ ਹੋਈ ਆ ਦੇ ਕੁਛ ਮਤਲਬ ਕਾਜ਼ੀਆਂ ਦੇ ਰਹਿਣ ਲਈ ਹੋ ਸਕਦੇ ਆ। ਉੱਤੇ ਤੁਹਾਨੂੰ ਚਿਮਨੀਆਂ ਨਜ਼ਰ ਆਉਣਗੀਆਂ। ਮਤਲਬ ਉਹਦੇ ਵਿੱਚੋਂ ਕੀ ਆ ਕਿ ਅੰਦਰ ਹੋ ਸਕਦਾ ਉਹਨਾਂ ਦੇ ਰਹਿਣ ਲਈ ਕੋਈ ਰਸੋਈ ਘਰ ਹੋਵੇ ਜਾਂ ਕੁਛ ਹੋਵੇ, ਉਹ ਵੀ ਆਪਾਂ ਜਾ ਕੇ ਦੇਖਦੇ ਆ ਕੀ ਚੀਜ਼ ਆ। ਮਤਲਬ ਇਹ ਖੂਬਸੂਰਤ ਮਸਜਿਦ ਬਣੀ ਹੋਈ ਆ ਇੱਥੇ ਤੇ ਬੜਾ ਖੁੱਲ੍ਹਾ ਤੇ ਸ਼ਾਂਤਮਈ ਏਰੀਆ ਵਾ। ਪਾਣੀ ਦੇ ਨਿਕਾਸ ਲਈ ਵੀ ਪ੍ਰਬੰਧ ਆ। ਮਤਲਬ ਇੱਥੋਂ ਪਾਣੀ ਭਰ ਜੇ ਤਾਂ ਇਹਦੇ ਵਿੱਚ ਇੱਥੋਂ ਦੀ ਨਿਕਲ ਆਉਂਦਾ ਸੀ। ਮਤਲਬ ਜੇ ਤਾਂ ਦਾ ਪਾਣੀ ਆ ਤਾਂ ਉਹ ਸਾਹਮਣੇ ਪੈਪ ਲੱਗਿਆ, ਉੱਥੋਂ ਦੀ ਨਿਕਲਦਾ ਸੀ। ਉਸ ਤੋਂ ਬਾਅਦ ਇੱਥੋਂ ਦੇ ਘੁੰਮ ਕੇ ਪਾਣੀ ਆਹ ਪੈਪ ਲੱਗਿਆ, ਇੱਥੇ ਆ ਜਾਂਦਾ ਸੀ, ਇੱਥੋਂ ਫਿਰ ਭਰ ਜਾਂਦਾ ਸੀ ਜਦੋਂ। ਉਸ ਤੋਂ ਬਾਅਦ ਫਿਰ ਇੱਥੋਂ ਅੰਡਰਗਰਾਊਂਡ ਪਾਇਆ ਹੋਇਆ ਵਾ, ਇੱਧਰਲੇ ਪਾਸੇ ਨਿਕਲ ਜਾਂਦਾ ਸੀ। ਮਤਲਬ ਇਸ ਕਿਸਮ ਦਾ ਮਾਹੌਲ ਸੀ ਇੱਥੇ। ਬੜਾ ਸ਼ਾਂਤਮਈ ਮਾਹੌਲ ਆ, ਰੂਹ ਵਾਲੀ ਗੱਲਬਾਤ ਆ। ਤੁਹਾਨੂੰ ਦੱਸਦਾ ਵੀ ਜਿਹੜੀਆਂ ਨਿੱਕੀਆਂ ਇੱਟਾਂ ਲੱਗੀਆਂ ਨਾ, ਇਹ ਮਾਂ ਤੇ ਗੁੜ ਦੇ ਵਿੱਚ ਵੀ ਅੱਗੇ ਭਿਉਂ ਕੇ ਲਾਉਂਦੇ, ਡੁਬੋ ਕੇ ਲਾਉਂਦੇ ਹੁੰਦੇ ਸੀ। ਮਤਲਬ ਮਿਕਸਚਰ ਕਰਕੇ, ਮਾਂ ਦੀ ਦਾਲ ਹੁੰਦੀ ਸੀ ਤੇ ਜਾਂ ਚੂਨਾ ਵਗੈਰਾ ਇਹਦੇ ਨਾਲ ਮਿਕਸ ਕਰਕੇ ਲਾਉਂਦੇ ਸੀ ਤਾਂ ਕਿ ਮਜ਼ਬੂਤੀ ਹੁੰਦੀ ਸੀ, ਪਕੜ ਹੁੰਦੀ ਸੀ। ਇਸੇ ਕਰਕੇ ਸ਼ਾਇਦ ਉਹ ਜ਼ਿਆਦਾ ਮਜ਼ਬੂਤ ਨੇ। ਸੀਮਟ ਨਾਲੋਂ ਵੀ ਕਿਤੇ ਕਈ ਗੁਣਾ ਜ਼ਿਆਦਾ ਮਜ਼ਬੂਤ ਹੁੰਦਾ ਵਾ ਚੂਨਾ। ਤੇ ਉਹ ਇੱਧਰਲੇ ਪਾਸੇ ਆਪਾਂ ਚੱਲੇ ਆ, ਆਜੋ ਮੇਰੇ ਨਾਲ। ਉਹ ਸਾਹਮਣੇ ਬੈਰਕਾਂ ਬਣੀਆਂ ਹੋਈਆਂ, ਹੋ ਸਕਦਾ ਇੱਥੇ ਕੈਦੀ ਵੀ ਰੱਖੇ ਜਾਂਦੇ ਹੋਣ। ਆਹ ਵੀ ਇੱਕ ਛੋਟੀ ਜਿਹੀ ਚੀਜ਼ ਆ, ਕੋਈ ਲੋਕ ਬੰਦ ਕੀਤੀ ਹੋਈ ਆ। ਕੋਠੜੀਆਂ ਬਣੀਆਂ ਹੋਈਆਂ ਨੇ ਇੱਧਰਲੇ ਪਾਸੇ। ਤੇ ਇੱਥੇ ਯਾਰ ਨੂਰ ਮਹਿਲ ਹੋਣੀ ਆਪਦਾ ਗੀਤ ਸੰਗੀਤ, ਰਾਜੇ ਮਹਾਰਾਜੇ ਤੇ ਕਈ ਰੌਣਕਾਂ ਰਿਹਾ ਕਰਦੀਆਂ ਹੋਣਗੀਆਂ ਨਾ। ਸਮੇਂ ਦੇ ਹਾਲਾਤ ਆ, ਕਿੰਨਾ ਬਦਲ ਜਾਂਦਾ ਜ਼ਮਾਨਾ। ਤੇ ਕਿਸੇ ਸਮੇਂ ਰੌਣਕ ਹੁੰਦੀ ਸੀ ਪੂਰੀ, ਕਿਉਂਕਿ ਸਲਤਨਤ ਹੀ ਉਹਨਾਂ ਦੀ ਸੀ, ਜਹਾਂਗੀਰ ਹੋਣਾ ਦੀ। ਇੱਕ ਬਾਦਸ਼ਾਹ ਜਹਾਂਗੀਰ ਬਹੁਤ ਵੱਡਾ ਨਾਂ ਹੋ ਜਾਂਦਾ ਤੇ ਜਹਾਂਗੀਰ ਦੀ ਘਰ ਵਾਲੀ ਸੀ ਨੂਰ ਜਹਾਂ। ਇਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਤੇ ਆਜੋ ਇੱਧਰਲੇ ਪਾਸੇ ਬੜੀਆਂ ਸੋਹਣੀਆਂ ਦਿਖਾ ਦਿਓ ਵੀਰੇ ਤਾਂ ਤੋਂ। ਆਹ ਦੇਖੋ ਕਿੱਡੇ ਸੋਹਣੇ ਗੁਲਾਈਦਾਰ ਕੀਤੀਆਂ। ਹੋ ਸਕਦਾ ਸਮੇਂ ਦੇ ਨਾਲ ਉਦੋਂ ਬਾਅਦ ਦੇ ਵਿੱਚ ਵੀ ਸੁਧਾਰ ਕੀਤਾ ਗਿਆ ਹੋਵੇ। ਆਹ ਵੀ ਕਮਰੇ ਨੇ, ਆਹ ਵੀ ਮਤਲਬ ਉਸ ਸਮੇਂ ਦੇ ਡਿਜ਼ਾਈਨ ਪਾਏ ਹੋਏ ਨੇ। ਆਹ ਚੀਜ਼ਾਂ ਦੇਖੋ, ਆਰਕੀਟੈਕਚਰ ਦੇ ਤੌਰ ਤੇ ਅਸੀਂ ਵੇਖਦੇ ਹਾਂ ਗੁਲਾਈਦਾਰਾਂ ਵਿੱਚ ਸਤਾਰਿਆਂ ਜਿਹੀਆਂ ਵਾਂਗੂ ਫਿੱਟ ਕਰਕੇ ਬਣਾਏ ਹੋਏ ਨੇ ਇੱਥੇ। ਅੰਦਰਲੇ ਪਾਸੇ ਬੰਦ ਆ ਗੇਟ, ਇਸ ਕਰਕੇ ਆਪਾਂ ਲੋਕ ਲੱਗਿਆ ਜਾ ਨਹੀਂ ਸਕਦੇ। ਤੇ ਆਓ ਤੁਹਾਨੂੰ ਮੈਂ ਦਿਖਾ ਦਿਆਂ, ਇਹ ਹੈਗਾ ਵਾ ਦਿੱਲੀ ਗੇਟ। ਇਹ ਦਿੱਲੀ ਵਾਲੇ ਪਾਸੇ ਪੈਂਦਾ ਹੈ, ਪੂਰਬ ਵਾਲੇ ਪਾਸੇ ਕਰਕੇ ਇਹ ਦਿੱਲੀ ਗੇਟ ਕਿਹਾ ਜਾਂਦਾ ਇਹਨੂੰ। ਮਤਲਬ ਇਹਦਾ ਦਿੱਲੀ ਗੇਟ ਆ, ਜਿਹੜੇ ਤੇ ਬਾਹਲੇ ਫੋਟੋ ਜੇ ਲੱਗੇ ਹੋਏ ਆ। ਜਿੱਥੇ ਆਪਾਂ ਸਭ ਤੋਂ ਪਹਿਲਾਂ ਐਂਟਰੀ ਦੇ ਬੋਲੇ ਸੀਗੇ, ਜਿੱਥੇ ਆਪਾਂ ਸਭ ਸਟਾਰਟਿੰਗ ਕੀਤੀ ਸੀ, ਉਹ ਸੀਗਾ ਦੂਜਾ ਆਪਣਾ ਲਾਹੌਰੀ ਗੇਟ, ਕਿਉਂਕਿ ਉਹਦਾ ਮੂੰਹ ਲਾਹੌਰ ਵੱਲ ਸੀਗਾ। ਮਤਲਬ ਇਹ ਮੇਨ ਰੋਡ ਦੇ ਉੱਤੇ ਆ ਜਾਂਦਾ। ਜਦੋਂ ਵੀ ਤੁਸੀਂ ਇਸ ਏਰੀਏ 'ਚ ਆਓਗੇ, ਤੁਹਾਨੂੰ GT ਰੋਡ ਦੇ ਨੇੜੇ ਤੇੜ ਬਹੁਤ ਸਾਰੇ ਕੋਹ ਮੀਨਾਰ ਮਿਲ ਜਾਣਗੇ, ਜਿਹੜੇ ਕਿ ਸ਼ੇਰ ਸ਼ਾਹ ਸੂਰੀ ਨੇ ਬਣਾਏ ਸੀ। ਮਤਲਬ ਕਿ ਇੱਕ ਵੱਡਾ ਜਰਨੈਲੀ ਰੋਡ ਵਗਦਾ ਹੁੰਦਾ ਸੀ ਇੱਥੋਂ ਉਹਨਾਂ ਵੇਲਿਆਂ ਦੇ ਵਿੱਚ। ਦਰਸ਼ਕੋ ਇੱਥੇ ਮੈਂ ਤੁਹਾਨੂੰ ਜਹਾਂਗੀਰ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ ਵੀ ਜਿਹੜਾ ਜਹਾਂਗੀਰ ਸੀ ਨਾ, ਇਹਦਾ ਜਨਮ 1569 ਈਸਵੀ ਦੇ ਵਿੱਚ ਹੋਇਆ ਸੀਗਾ ਤੇ 1605 ਦੇ ਵਿੱਚ ਇਹ ਬਾਦਸ਼ਾਹ ਬਣਿਆ ਸੀ। ਜਿਹੜਾ ਜਹਾਂਗੀਰ ਸੀ ਅਕਬਰ ਦਾ ਸਭ ਤੋਂ ਵੱਡਾ ਮੁੰਡਾ ਸੀ।
ਪਰ ਇਹ ਥੋੜਾ ਜਿਹਾ ਐਸ਼ਪ੍ਰਸਤ ਬਹੁਤ ਸੀਗਾ, ਮਤਲਬ ਦਾਰੂ ਦੂਰੂ ਪੀਣੀ ਦਾ ਆਮ ਹੀ ਕੰਮ ਸੀਗਾ। ਤੇ ਅਕਬਰ ਬਾਦਸ਼ਾਹ ਨੂੰ ਰੋਕਦਾ ਹੁੰਦਾ ਸੀ ਭਾਈ ਕਾਕਾ ਵੀ ਮੈਂ ਤਾਂ ਤੰਗੀਆਂ ਤੁਰਸ਼ੀਆਂ 'ਚ ਰਿਹਾ ਵਾਂ, ਕਿਉਂਕਿ ਉਹਦਾ ਜਿਹੜਾ ਪਿਓ ਹਮਾਯੂ ਸੀ ਉਹ ਬਹੁਤ ਮਤਲਬ ਭਟਕਣਾ ਭਰੇ ਜੀਵਨ 'ਚ ਰਿਹਾ ਸੀਗਾ, ਵੀ ਮੈਨੂੰ ਤਾਂ ਪੜ੍ਹਾ ਲਿਖਾ ਨਹੀਂ ਸਕਿਆ, ਵੀ ਤੂੰ ਬੰਦਾ ਬਣ ਕੇ ਰਹਿ। ਪਰ ਜਹਾਂਗੀਰ ਗੱਲ ਮੰਨਣ ਵਾਲਾ ਕਿੱਥੇ ਸੀਗਾ। ਇੱਕ ਨਾ ਜਿਹੜਾ ਜਹਾਂਗੀਰ ਸੀ ਉਹ ਅਕਬਰ ਨੂੰ ਇਸ ਕਰਕੇ ਵੀ ਨਫ਼ਰਤ ਵਾਲੀ ਕਰਦਾ ਸੀ, ਕਿਉਂਕਿ ਜਿਹੜਾ ਅਕਬਰ ਸੀ ਇਹਨੇ ਦੀਨ ਇਲਾਹੀ ਧਰਮ ਚਲਾਇਆ ਸੀ, ਮਤਲਬ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੁੰਦਾ ਸੀਗਾ, ਮਤਲਬ ਸਭ ਧਰਮਾਂ ਦੀ ਕਹਿ ਲਓ ਕਿ ਸਰਪ੍ਰਸਤੀ ਕਰ ਰਿਹਾ ਸੀ ਉਹਨਾਂ ਵੇਲਿਆਂ ਦੇ ਵਿੱਚ। ਤੇ ਜਿਹੜਾ ਸੀਗਾ ਜਹਾਂਗੀਰ ਇਹ ਨਹੀਂ ਸੀ ਇਹ ਗੱਲ ਮੰਨ ਕੇ ਰਾਜੀ, ਕਿਉਂਕਿ ਇਹ ਸੁੰਨੀ ਮੁਸਲਮਾਨ ਸੀਗਾ, ਕੱਟੜ ਕਿਸਮ ਦਾ ਮੁਸਲਮਾਨ ਸੀ। ਇਹ ਕਹਿੰਦਾ ਸੀ ਵੀ ਗੱਲ ਚੱਲੇ ਤਾਂ ਇੱਕੋ ਧਰਮ ਦੀ ਕੋਈ ਚੱਲੇ, ਇਸੇ ਕਰਕੇ ਇਹਨਾਂ ਦੋਨਾਂ 'ਚ ਅਣਬਣ ਹੁੰਦੀ ਸੀ ਤੇ ਅਕਸਰ ਵਾਦ ਵਿਵਾਦ ਵੀ ਹੋ ਜਾਂਦਾ ਸੀਗਾ। ਜਦੋਂ ਗੱਲ ਆ ਜਾਂਦੀ ਹੈ ਗੱਦੀ ਦੇ ਵਿੱਚ, ਗੱਦੀ ਪ੍ਰਾਪਤੀ ਦੀ, ਤੇ ਜਹਾਂਗੀਰ ਬਾਦਸ਼ਾਹ ਨੇ ਕਹਿੰਦੇ ਵੀ ਅਕਬਰ ਦੇ ਮਰਨ ਤੋਂ ਪਹਿਲਾਂ ਵੀ ਸਾਜ਼ਿਸ਼ਾਂ ਘੜਦੀਆਂ ਸ਼ੁਰੂ ਕਰਤੀਆਂ ਸੀ ਵੀ ਮੈਨੂੰ ਕਿਤੇ ਜਿਉਂਦੇ ਜੀ ਗੱਦੀ ਮਿਲ ਜੇ। ਚਲੋ ਖੈਰ ਸਬੱਬ ਨਾਲ ਗੱਦੀ ਤਾਂ ਇਹਨੂੰ ਹੀ ਮਿਲਣੀ ਸੀਗੀ। ਤੇ ਆਖਰ ਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ ਅਕਬਰ ਬਾਦਸ਼ਾਹ ਸੀ ਨਾ ਇਹ ਬਿਮਾਰ ਹੋ ਗਿਆ ਸੀਗਾ, ਤੇ ਇਹਨੇ ਫਿਰ ਭਾਈ ਆਗਰੇ ਦੇ ਵਿੱਚ ਜਹਾਂਗੀਰ ਨੂੰ ਸੱਦਿਆ ਵੀ ਆ ਜਾ ਤੂੰ ਮੇਰੇ ਕੋਲੇ, ਤੇ ਇਹਨੂੰ ਇਸ਼ਾਰੇ ਨਾਲ ਹੀ ਕਿਹਾ ਵੀ ਆ ਭਾਈ ਤਾਜ ਪਹਿਨ ਲਾ। ਇਹਨੇ ਇਸ਼ਾਰੇ ਨਾਲ ਤਾਜ ਪਹਿਨ ਲਿਆ, ਤੇ ਜੋ ਹਮਾਯੂ ਦੀ ਕਿਰਪਾਨ ਸੀ ਉਹ ਇਹਨੂੰ ਭੇਟ ਕੀਤੀ, ਤੇ ਇਹਦੇ ਨਾਲ ਇਹਦੇ ਕੋਲ ਬਾਦਸ਼ਾਹਤ ਆ ਗਈ ਸੀ। ਮਤਲਬ ਜਿਹੜਾ ਜਹਾਂਗੀਰ ਸੀਗਾ ਇਹਦੀ ਮਾਂ ਹਿੰਦੂ ਰਾਜਪੂਤ ਘਰਾਣੇ ਨੂੰ ਸੰਬੰਧ ਰੱਖਦੀ ਸੀਗੀ, ਕਿ ਮੇਰੇ ਖਿਆਲ ਜੋਧਾ ਬਾਈ ਦੀ ਕੁੱਖੋਂ ਹੀ ਇਹ ਪੈਦਾ ਹੋਇਆ ਸੀਗਾ ਜਹਾਂਗੀਰ ਬਾਦਸ਼ਾਹ। ਤੇ ਇਹ ਉਹਨਾਂ ਦੀ ਬਣਾਈ ਹੋਈ ਮਸਜਿਦ, ਮਤਲਬ ਮਸਜਿਦ ਇੱਥੇ ਮਗਰਲੇ ਪਾਸੇ ਆ ਗਈ, ਤੇ ਨੂਰ ਮਹਿਲ ਦੀ ਸਰਾਏ ਉਹਨਾਂ ਦੀ ਵੀ ਬਣਾਈ ਹੋਈ ਆ, ਕਿਉਂਕਿ ਜਹਾਂਗੀਰ ਬਾਦਸ਼ਾਹ ਪੰਜਾਬ 'ਚ ਵੀ ਕਈ ਵਾਰੀ ਆਇਆ ਸੀਗਾ, ਕਿਉਂਕਿ ਇਹਨਾਂ ਦੇ ਕਿਸੇ ਸਮੇਂ ਸਿੱਖ ਧਰਮ ਕਹਿ ਸਕਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵੀ ਮਤਭੇਦ ਪਹਿਲੀਆਂ 'ਚ ਰਹੇ ਸੀ, ਪਰ ਬਾਅਦ ਦੇ ਵਿੱਚ ਆ ਕੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਸੀਗਾ, ਚੰਗੇ ਦੋਸਤ ਵੀ ਬਣ ਗਏ ਸੀਗੇ। ਇਸ ਕਰਕੇ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਕਈ ਯਾਤਰਾਵਾਂ ਕੀਤੀਆਂ ਸੀ ਜਹਾਂਗੀਰ ਬਾਦਸ਼ਾਹ ਨੇ। ਦਰਸ਼ਕੋ ਗੱਲ ਕਰੀਏ ਨੂਰ ਜਹਾਂ ਦੀ। ਨੂਰ ਜਹਾਂ ਦੇ ਬਾਰੇ ਵਿਦਵਾਨਾਂ 'ਚ ਅਲੱਗ-ਅਲੱਗ ਮਤ ਨੇ, ਮਤ ਜੋ ਵੀ ਹੋਣ, ਪਰ ਗੱਲ ਇਹ ਆਉਂਦੀ ਹੈ ਕਿ ਉਹਦਾ ਭਾਰਤ ਦੀ ਰਾਜਨੀਤੀ ਦੇ ਵਿੱਚ ਵੀ ਬੜਾ ਪ੍ਰਭਾਵ ਸੀਗਾ। ਸਲਤਨਤ ਤੇ ਮਤਲਬ ਮੁਗਲ ਸਲਤਨਤ ਦੇ ਵਿੱਚ ਵੀ ਬੜਾ ਪ੍ਰਭਾਵ ਉਹਦਾ ਬਰਕਰਾਰ ਰਿਹਾ। ਕਿਹਾ ਜਾਂਦਾ ਵੀ ਨੂਰ ਜਹਾਂ ਦਾ ਜਨਮ ਕੰਧਾਰ ਦੇ ਹੋਇਆ ਸੀ, ਤੇ ਕੁਝ ਸਰੋਤ ਇਹ ਵੀ ਆਖਦੇ ਆ ਵੀ ਜਿਹੜੇ ਨੂਰ ਜਹਾਂ ਦੇ ਮਾਪੇ ਸੀਗੇ ਉਹ ਰੁਜ਼ਗਾਰ ਦੀ ਭਾਲ ਦੇ ਵਿੱਚ ਇੱਧਰਲੇ ਪਾਸੇ ਨੂੰ ਪੰਜਾਬ ਵੱਲ ਕਹਿ ਸਕਦੇ ਹਾਂ ਕਿ ਹਿੰਦੁਸਤਾਨ ਵਾਲੇ ਪਾਸੇ ਨੂੰ ਆ ਰਹੇ ਸੀ, ਤਾਂ ਰਸਤੇ ਦੇ ਵਿੱਚ ਇੱਕ ਲੋਕ ਮਿੱਥ ਆ ਵੀ ਇੱਥੇ ਕਿਤੇ ਉਹਦਾ ਜਨਮ ਹੋ ਗਿਆ ਸੀ ਤੇ ਉਹ ਬੱਚੀ ਨੂੰ ਇੱਥੇ ਛੱਡ ਗਏ ਸੀਗੇ, ਤੇ ਇੱਥੇ ਉਹਦੀ ਯਾਦ ਦੇ ਵਿੱਚ ਫਿਰ ਸਰਾਂ ਬਣਾਈ ਗਈ ਸੀਗੀ। ਕੁਝ ਤਾਂ ਇਹ ਆਖਦੇ ਆ, ਪਰ ਦੂਜੀ ਗੱਲ ਇਹ ਆ ਵੀ ਕਹਿੰਦੇ ਵੀ ਗਰੀਬੀ ਦੀ ਹਾਲਤ ਦੇ ਵਿੱਚ ਬਹੁਤ ਸੀ ਉਹਦੇ ਮਾਪੇ, ਤੇ ਉਹਨਾਂ ਨੂੰ ਫਿਰ ਅਕਬਰ ਬਾਦਸ਼ਾਹ ਨੇ ਨੌਕਰੀ ਦਿੱਤੀ ਸੀ, ਤੇ ਜਿਹੜੀ ਨੂਰ ਜਹਾਂ ਸੀ ਇਹ ਵੀ ਅਕਬਰ ਬਾਦਸ਼ਾਹ ਦੇ ਘਰੇ ਰਹਿ ਕੇ ਹੀ ਜਵਾਨ ਹੋਈ ਸੀਗੀ, ਤੇ ਇਹਦਾ ਵਿਆਹ ਇਰਾਨੀ ਨਸਲ ਦੇ ਅਲੀ ਕੁਲੀ ਨਾਲ ਕਰ ਦਿੱਤਾ ਸੀ। ਜਦੋਂ ਦਾ ਵਿਆਹ ਹੋ ਗਿਆ ਤੇ ਜਿਹੜਾ ਉਹਦਾ ਅਲੀ ਕੁਲੀ ਸੀ ਉਹ ਕਈ ਬਗਾਵਤਾਂ 'ਚ ਜਾਂਦਾ ਸੀ, ਉਹਦਾ ਨਾਂ ਸ਼ੇਰ ਅਫਗਾਨ ਬਾਅਦ 'ਚ ਰੱਖਿਆ ਗਿਆ ਸੀ ਉਹਦਾ ਨਾਂ। ਤੇ ਸ਼ੇਰ ਅਫਗਾਨ ਦੀ ਜਦੋਂ ਮੌਤ ਹੋ ਗਈ ਤਾਂ ਫਿਰ ਨੂਰ ਜਹਾਂ ਰਹਿ ਗਈ ਇਕੱਲੀ, ਤੇ ਉਹ ਫਿਰ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਈ ਵੀ ਮੈਂ ਹੁਣ ਦੱਸੋ ਕੀ ਕਰਾਂ। ਤਾਂ ਕਹਿ ਲਓ ਵੀ ਜਹਾਂਗੀਰ ਬਾਦਸ਼ਾਹ ਨੇ ਉਹਨੂੰ ਫਿਰ ਆਪਣੀ ਪਤਨੀ ਬਣਾ ਲਿਆ ਸੀਗਾ। ਇਹਨੂੰ ਪਹਿਲਾਂ ਨੂਰ ਜਹਾਂ ਕਿਹਾ ਜਾਂਦਾ ਸੀ, ਉਸ ਤੋਂ ਬਾਅਦ ਨੂਰ ਮਹਿਲ ਦੇ ਨਾਂ ਨਾਲ ਵੀ ਇਹਨੂੰ ਜਾਣਿਆ ਜਾਂਦਾ ਸੀਗਾ। ਮਤਲਬ ਕਹਿ ਸਕਦੇ ਹਾਂ ਕਿ ਉਹਨੇ ਇੱਕ ਗਰੀਬ ਮਾਪਿਆਂ ਦੀ ਧੀ ਸੀ, ਪਰ ਇਹਦੇ ਦਿਮਾਗੀ ਤੌਰ ਤੇ ਬਹੁਤ ਚੁਸਤ ਚਲਾਕ ਤੇ ਸਿਆਣਪ ਰੱਖਦੀ ਸੀ, ਤੇ ਖੂਬਸੂਰਤੀ ਪੱਖੋਂ ਵੀ ਕਮਾਲ ਸੀ। ਤੇ ਕਿਹਾ ਜਾਂਦਾ ਵੀ ਜਦੋਂ ਜਹਾਂਗੀਰ ਬਾਦਸ਼ਾਹ ਜ਼ਿਆਦਾ ਦਾਰੂ ਪੀਣ ਲੱਗ ਗਿਆ ਆਖਰੀ ਸਮੇਂ ਦੇ ਵਿੱਚ, ਤਾਂ ਸਾਰਾ ਰਾਜ ਭਾਗ ਨੂਰ ਜਹਾਂ ਹੀ ਸਾਂਭਦੀ ਸੀ, ਸਿਰਫ ਇੱਕ ਜਹਾਂਗੀਰ ਬਾਦਸ਼ਾਹ ਦਾ ਇੱਕ ਨਾਂ ਦਾ ਹੀ ਬਾਦਸ਼ਾਹ ਰਹਿ ਗਿਆ ਸੀਗਾ, ਮਤਲਬ ਸਾਰੀ ਚੜ੍ਹਤ ਇਹਦੀ ਸੀ। ਇਹ ਅਜਮੇਰ ਪੁਸ਼ਕਰ ਦੇ ਵਾਲੇ ਪਾਸੇ ਵੀ ਅਕਸਰ ਘੁੰਮਦੇ ਫਿਰਦੇ ਹੁੰਦੇ ਸੀ, ਉੱਥੇ ਹੀ ਇਹਨਾਂ ਨੇ ਇਤਰ ਬਣਾਇਆ ਸੀਗਾ ਪੁਸ਼ਕਰ ਦੇ ਵਿੱਚ। ਜਹਾਂਗੀਰ ਮਹਿਲ ਦੀ ਵੀਡੀਓ ਆਪਣੇ ਚੈਨਲ ਤੇ ਪਈ ਆ, ਤੇ ਇਹ ਵੀ ਉਹਨਾਂ ਵੇਲਿਆਂ ਦੇ ਵਿੱਚ ਹੀ ਬਣਿਆ ਸੀਗਾ, ਤਰ੍ਹਾਂ ਬਣੀ ਸੀਗੀ। ਤੇ ਨੂਰ ਜਹਾਂ ਦਾ ਕਮਾਲ ਦਾ ਪ੍ਰਭਾਵ ਸੀਗਾ, ਤੇ ਆਖਰ ਦੇ ਵਿੱਚ ਇਹ ਫੈਸ਼ਨ ਡਿਜ਼ਾਈਨਰ ਵੀ ਸੀਗੀ, ਤੇ ਆਮ ਲੋਕਾਂ ਦੀ ਵੀ ਸੇਵਾ ਭਾਵਨਾ ਬਹੁਤ ਕਰਦੀ ਰਹੀ, ਜਦੋਂ ਆਖਰੀ ਸਮੇਂ ਦੇ ਵਿੱਚ ਇਹ ਲਾਹੌਰ ਦੇ ਵਿੱਚ ਹੁੰਦੀ ਸੀ। ਦਰਸ਼ਕੋ ਗੱਲ ਜਹਾਂਗੀਰ ਦੀ ਇਮਾਰਤ ਸਾਜੀ ਬਾਰੇ ਕਰੀਏ ਤਾਂ ਉਹਨੇ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ, ਸਰਾਵਾਂ ਬਣਾਈਆਂ, ਕਿਲੇ ਬਣਾਏ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਇਹਨਾਂ ਕਿਲਿਆਂ ਦੀ ਬਹੁਤ ਮਹੱਤਤਾ ਹੁੰਦੀ ਸੀ, ਕਿਉਂਕਿ ਬਾਹਰੀ ਹਮਲਾਵਰ ਵੀ ਆਉਂਦੇ ਸੀ ਤਾਂ ਉਹ ਸੁਰੱਖਿਆ ਪੱਖ ਨੂੰ ਆਪਦਾ ਬਹੁਤ ਮਜ਼ਬੂਤ ਕਰਨਾ ਚਾਹੁੰਦਾ ਸੀਗਾ। ਤੇ ਦੂਸਰੀ ਗੱਲ ਆ ਗਈ ਵੀ ਉਹਨੇ ਸੂਬੇਦਾਰਾਂ ਨੂੰ ਕਿਹਾ ਸੀ, ਜਿਹੜੇ ਫੌਜਦਾਰ ਹੁੰਦੇ ਸੀ, ਵੀ ਜਿਹੜਾ ਟੈਕਸ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ, ਮਤਲਬ ਉਹਦੇ ਵੱਲੋਂ ਨਿਯੁਕਤ ਕੀਤਾ ਗਿਆ ਉਹੀ ਲਿਆ ਜਾਵੇ, ਐਵੇਂ ਆਪਦੀ ਮਰਜ਼ੀ ਨਾਲ ਗੁੰਡਾ ਟੈਕਸ ਨਾ ਕਿਸੇ ਤੋਂ ਵਸੂਲਿਆ ਜਾਵੇ। ਮਤਲਬ ਇਹ ਉਹ ਜਿਹੇ ਕਰੜੇ ਕਾਨੂੰਨ ਸੀ। ਤਾਂ ਉਹਨੇ ਹਫ਼ਤੇ 'ਚ ਵੀ ਇਹ ਕਹਿਤਾ ਸੀਗਾ ਵੀ 2-3 ਦਿਨ ਜਾਨਵਰਾਂ ਦੀ ਹੱਤਿਆ ਨਾ ਕੀਤੀ ਜਾਵੇ। ਕਾਰਨ ਇਹ ਸੀ ਕਿ ਇਹਦੇ ਨਾਲ ਇੱਕ ਕੁਦਰਤ ਦੇ ਵਿੱਚ ਬੈਲੈਂਸ ਬਣਿਆ ਰਵੇ, ਇਹ ਉਹਦੇ ਖਾਸ ਸੀ ਸੁਭਾਅ ਦੇ ਅਸੂਲ। ਤੁਹਾਨੂੰ ਮੈਂ ਦੱਸਦੇ ਹਾਂ ਵੀ ਜਹਾਂਗੀਰ ਦੀ ਮੌਤ 1627 ਦੇ ਵਿੱਚ ਹੋ ਜਾਂਦੀ ਆ, ਤੇ ਉਸ ਤੋਂ ਬਾਅਦ ਜਿਹੜੀ ਨੂਰ ਜਹਾਂ ਹੁੰਦੀ ਆ ਇਹ ਆਪਣੇ ਜਵਾਈ ਨੂੰ ਸ਼ਹਿਰਜ਼ਾਰ ਨੂੰ ਮਤਲਬ ਬਾਦਸ਼ਾਹ ਘੋਸ਼ਿਤ ਕਰ ਦਿੰਦੀ ਆ। ਪਰ ਇਹ ਗੱਲ ਨੂਰ ਜਹਾਂ ਦੇ ਭਰਾ ਨੂੰ ਪ੍ਰਵਾਨ ਨਹੀਂ ਹੁੰਦੀ। ਜਿਹੜਾ ਨੂਰ ਜਹਾਂ ਦਾ ਭਰਾ ਹੁੰਦਾ ਉਹ ਕਹਿੰਦਾ ਹੁੰਦਾ ਵੀ ਮੈਂ ਆਪਦੇ ਜਵਾਈ ਨੂੰ ਬਾਦਸ਼ਾਹ ਬਣਾਵਾਂ,
ਤੇ ਉਹਨੇ ਫਿਰ ਕੀ ਕੀਤਾ ਕਿ ਖੁਰਮ ਸੀ ਬਾਦਸ਼ਾਹ, ਆਪਦੇ ਜਵਾਈ ਨੂਰ ਜਹਾਂ ਦੇ ਭਰਾ ਨੇ ਆਪਣੇ ਜਵਾਈ ਖੁਰਮ ਨੂੰ ਬਾਦਸ਼ਾਹ ਬਣਾਤਾ ਤੇ ਖੁਰਮ ਨੂੰ ਕਹਿੰਦੇ ਆ ਸ਼ਾਹਜਹਾਂ। ਸ਼ਾਹਜਹਾਂ ਨੂੰ ਬਾਦਸ਼ਾਹ ਐਲਾਨ ਕਰਤਾ ਸੀ 1628 ਦੇ ਵਿੱਚ। ਤੇ ਆਖਰ ਦੇ ਵਿੱਚ ਫਿਰ ਸ਼ਾਹਜਹਾਂ ਨੇ ਆਪਦੀ ਮਤਰੇਈ ਮਾਂ ਨੂੰ ਕਹਿ ਲਓ ਕਿ 2 ਲੱਖ ਰੁਪਇਆ ਪੈਨਸ਼ਨ ਲਾ ਕੇ ਲਾਹੌਰ ਦੇ ਵਿੱਚ ਛੱਡਤਾ ਸੀ, ਭਾਈ ਤੂੰ ਇੱਥੇ ਰਹਿ ਲਿਆ ਕਰ। ਤੇ ਲਾਹੌਰ ਦੇ ਵਿੱਚ ਹੀ ਫਿਰ ਨੂਰ ਜਹਾਂ ਨੇ ਜਹਾਂਗੀਰ ਦਾ ਮਕਬਰਾ ਬਣਾਇਆ ਸੀਗਾ, ਉਹ ਵੀ ਬਹੁਤ ਖੂਬਸੂਰਤ ਆ, ਕਦੇ ਸਬੱਬ ਬਣਿਆ ਤਾਂ ਤੁਹਾਨੂੰ ਉਹ ਵੀ ਜ਼ਰੂਰ ਵਿਖਾਵਾਂਗੇ। ਤੇ ਜਿਹੜੀ ਨੂਰ ਜਹਾਂ ਸੀ ਆਖਰ ਦੇ ਵਿੱਚ ਲੋਕਾਂ ਦੀ ਭਲਾਈ ਲਈ ਆਪਦੀ ਪੈਨਸ਼ਨ ਨੂੰ ਖਰਚ ਕਰ ਦਿੰਦੀ ਹੁੰਦੀ ਸੀ, ਫੈਸ਼ਨ ਡਿਜ਼ਾਈਨਿੰਗ ਕਰਦੀ ਸੀ, ਗਹਿਣਿਆਂ ਦੇ ਉੱਤੇ ਨਵੇਂ ਨਮੂਨੇ ਪਾਉਣੇ ਉਹਨੇ ਇੱਕ ਰਿਵਾਜ ਚਲਾਇਆ ਸੀਗਾ। ਤੇ ਬਹੁਤ ਸਾਰੇ ਬਾਜ਼ਾਰ ਬਣਾਏ ਤੇ ਸੀ, ਮਤਲਬ ਇੱਕ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਹਿ ਸਕਦੇ ਹਾਂ ਕਿ ਉਹਨੇ ਕੀਤੀ ਸੀਗੀ। ਤੇ ਆਖਰ ਦੇ ਵਿੱਚ 1645 ਦੇ ਵਿੱਚ ਨੂਰ ਜਹਾਂ ਪੂਰੀ ਹੋ ਜਾਂਦੀ ਆ, ਮਤਲਬ ਸੰਸਾਰ ਨੂੰ ਅਲਵਿਦਾ ਆਖ ਜਾਂਦੀ ਆ। ਜਦੋਂ ਇਹਨਾਂ ਦਾ ਨੂਰ ਜਹਾਂ ਤੇ ਸ਼ਾਹਜਹਾਂ ਦਾ ਵਿਆਹ ਹੁੰਦਾ ਵਾ, ਨੂਰ ਜਹਾਂ ਦੀ ਉਮਰ 34 ਸਾਲ ਸੀ ਤੇ ਜਹਾਂਗੀਰ ਦੀ ਉਮਰ ਉਸ ਸਮੇਂ 42 ਸਾਲ ਦੀ ਸੀ। ਕਿਸੇ ਸਮੇਂ ਇੱਥੇ ਵੀ ਨਾ ਬਹੁਤ ਸਾਰੇ ਕਮਰੇ ਹੁੰਦੇ ਸੀਗੇ। ਆਹ ਦੇਖੋ ਤੁਹਾਡੇ ਸਾਹਮਣੇ ਨਿਸ਼ਾਨ ਬਾਕੀ ਦੱਸ ਰਹੇ ਹੋਣਗੇ, ਤਕਰੀਬਨ 25-30 ਕਮਰੇ ਹੋਣਗੇ ਇਸ ਲਾਈਨ ਦੇ ਵਿੱਚ। ਤੇ ਸਾਰਾ ਸਕੇਅਰ ਦੇ ਵਿੱਚ ਮਤਲਬ ਚੌਰਸ ਡੱਬੇ ਦੇ ਵਿੱਚ ਬਣਿਆ ਹੋਇਆ ਇਹ ਬਣੀ ਹੋਈ ਸਰਾਂ। ਇਹ ਤੇ ਸਰਾਂ ਦੇਖੋ ਬੜੀ ਤਾਂ ਉਹਨਾਂ ਵੇਲਿਆਂ ਦੀਆਂ ਇੱਟਾਂ ਲੱਗੀਆਂ ਹੋਈਆਂ ਨੇ, ਇਦਾਂ ਦੇ ਨਿਸ਼ਾਨ ਬਾਕੀ ਨੇ। ਤੁਹਾਨੂੰ ਮੈਂ ਦੱਸ ਦਿਆਂ ਵੀ ਇਧਰਲੇ ਪਾਸੇ ਦਿਖਾ ਦਿਆਂ, ਇੱਕ ਆ ਮਤਲਬ ਮੰਜ਼ਿਲਾਂ 2 ਮੰਜ਼ਿਲਾਂ, ਉਹ ਜਿਹੜਾ ਲਾਹੌਰੀ ਗੇਟ ਆ ਉਹ ਲਾਹੌਰੀ ਗੇਟ ਆ, ਉਹ ਜਿਹੜਾ ਸਾਹਮਣੇ ਤੁਹਾਨੂੰ ਦੱਸ ਰਿਹਾ ਵਾ ਗੁੰਬਦ ਬਣੇ ਹੋਏ 4 ਪਿੱਲਰ ਨੇ। ਤੇ ਇਧਰਲੇ ਪਾਸੇ ਆ ਹੈਗਾ ਵਾ ਦਿੱਲੀ ਗੇਟ, ਮਤਲਬ ਇਹਦਾ ਮੂੰਹ ਦਿੱਲੀ ਵਾਲੇ ਪਾਸੇ ਹੁੰਦਾ ਸੀ, ਨਿਸ਼ਾਨੀਆਂ ਹੁੰਦੀਆਂ ਸੀਗੀਆਂ। ਆਹ ਦਿੱਲੀ ਗੇਟ ਆ ਜਿਹੜਾ ਢਹਿ ਚੁੱਕਿਆ, ਕਿਉਂਕਿ ਇੱਥੇ ਹਮਲੇ ਹੋਏ ਨਾਦਰ ਸ਼ਾਹ ਹੋਣਾ ਦੇ, ਅਹਿਮਦ ਸ਼ਾਹ ਅਬਦਾਲੀ ਦੇ। ਅਹਿਮਦ ਸ਼ਾਹ ਅਬਦਾਲੀ ਨੇ ਬਹੁਤ ਇੱਥੇ ਅਤਿਆਚਾਰ ਕੀਤੇ ਸੀ ਉਹਨਾਂ ਵੇਲਿਆਂ ਦੇ ਵਿੱਚ, ਉਹ ਢਾਹ ਕਿਉਂਕਿ ਖਜ਼ਾਨਾ ਵਗੈਰਾ ਕਾਫੀ ਲੁੱਟਿਆ ਸੀ ਉਦੋਂ ਉਹਨੇ। ਤੇ ਹੋਰ ਵੀ ਕੋਠੜੀਆਂ ਵਿਖਾ ਦਿਆਂ ਵੀਰੇ, ਆਜੋ ਮੇਰੇ ਨਾਲ। ਸਾਂਭਿਆ ਬੜਾ ਯਾਰ, ਬੜੀ ਮੈਂ ਕਹਿੰਦਾ ਵੀ ਸੂਰਤ ਸਰਾਵਾਂ ਦੇ ਵਿੱਚੋਂ ਇਹ ਇੱਕ ਸਰਾਵਾਂ ਹੈ ਜਿਹੜੀ ਬੜੇ ਵਧੀਆ ਤਰੀਕੇ ਦੇ ਨਾਲ ਸਾਂਭੀ ਹੋਈ ਆ। ਆਹ ਵੀ 2 ਮੰਜ਼ਿਲਾਂ ਨਾ ਬੜੇ ਸੋਹਣੇ ਤਰੀਕੇ ਨਾਲ ਰੰਗ ਰੁੰਗ ਕੀਤੇ ਆ, ਜਿਵੇਂ ਇੱਟਾਂ ਉੱਟਾਂ, ਪੂਰਾ ਕਮਾਲ ਹੀ ਆ। ਆਹ ਦੇਖਿਓ ਇੱਧਰ ਦੀ, ਆਹ ਵੀ ਪੁਰਾਣੀ ਕੋਠੜੀ ਹੋਈ ਆ, ਦੇਖੋ ਤਾਂ ਤੋਂ ਦਿਖਾ ਦਿਓ ਵੀ ਇਸ ਕਿਸਮ ਦੇ ਰੰਗ ਰੁੰਗ ਸੀਗੇ, ਚੂਨੇ ਵਗੈਰਾ ਲੱਗੇ ਹੋਏ ਆ। ਇਹ ਬੰਦ ਕੀਤੇ ਹੋਏ ਆ ਕਿਉਂਕਿ ਕਈ ਵਾਰੀ ਗਲਤ ਆਨਸਰ ਵੀ ਆ ਜਾਂਦੇ ਆ, ਹਨਾ। ਕਈ ਹੋਰ ਨਹੀਂ ਤਾਂ ਆਪਦਾ ਨਾਂ ਹੀ ਲਿਖ ਜਾਣਗੇ ਖੁਰਚ ਕੇ, ਉਹ ਬਹੁਤ ਮਾੜੀ ਗੱਲ ਹੁੰਦੀ ਹੈ। ਕਈ ਵਾਰੀ ਤੁਸੀਂ ਵੀ ਕਈ ਵੀ ਨਾ ਕਿਤੇ ਯਾਤਰਾ ਤੇ ਜਾਵੋ ਜਾਂ ਕਿਸੇ ਧਾਰਮਿਕ ਜਾਂ ਮੋਨੂਮੈਂਟਸ ਕਿਤੇ ਜਾਵੋ, ਐਵੇਂ ਨਾਂ ਲਿਖਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਉਹ ਕੰਮ ਹੀ ਇਹੋ ਜਿਹਾ ਕਰਦਿਆ ਕਰੋ ਕਿ ਜਿਹਦੇ ਨਾਲ ਤੁਹਾਡਾ ਨਾਂ ਬਣ ਜੇ। ਇਹਨਾਂ ਇਮਾਰਤਾਂ ਤੇ ਨਾਂ ਲਿਖਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ। ਵੀ ਤੁਹਾਨੂੰ ਮੈਂ ਦਿਖਾ ਦਿਆਂ ਵੀ ਇੱਥੋਂ ਉਹ ਸਾਹਮਣੇ ਮਸਜਿਦ ਆ, ਇੱਥੋਂ ਦੱਸ ਰਹੀ ਆ, ਉਹ ਦੇਖੋ ਉਹ ਸਾਹਮਣੇ ਮਸਜਿਦ ਬਣੀ ਹੋਈ ਆ। ਇੱਧਰ ਕਮਾਲ, ਇੱਧਰਲੇ ਪਾਸੇ ਹਜ਼ਾਰਾਂ ਹੀ ਮਤਲਬ ਕਹਿ ਲਓ ਕਿ ਸੈਂਕੜੇ ਕਮਰੇ ਹੋਣਗੇ ਇੱਥੇ। ਆ ਸਾਰੀਆਂ ਕੋਠੜੀਆਂ ਨੇ, ਬੜੇ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਬਣੀ ਹੋਈ ਆ ਇਹ। ਆਹ ਦੇਖੋ ਇਸ ਕਿਸਮ ਦੀਆਂ ਕੋਠੜੀਆਂ ਤੁਸੀਂ ਵੇਖ ਸਕਦੇ ਹੋ ਇੱਥੇ। ਸੋ ਦਰਸ਼ਕੋ, ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਮਿਹਰਬਾਨੀ, ਧੰਨਵਾਦ।